सत श्री अकाल, स्वागत है गौरव शुक्ला। मैं हां तुहाडे नाल इस खास पेशकश दे विच गल उस विधान सभा हलके दी जिस दे विच जबरदस्त और करड़ा मुकाबला वेखण नूं मिल सकदा है। जी हां, जिथे पंजाब दे दिग्गज आमो सामने चोण मैदान दे विच नजर आ सकदे ने। इस दे नाल ही गल करांगे पंजाब दे विच इस समय इल्जाम तराशियां दी हुंदी सियासत दी। सूबे दी विधान सभा चोणां दे विच एक सीट दे उत्ते 3 हाई प्रोफाइल चेहरिਆਂ ਦੇ ਵਿਚਾਲੇ ਮੁਕਾਬਲਾ ਹੋ ਸਕਦਾ ਹੈ। ਇਹ ਸੀਟ ਹੈ ਅੰਮ੍ਰਿਤਸਰ ਪੂਰਬੀ, ਜਿੱਥੇ ਨਵਜੋਤ ਸਿੰਘ ਸਿੱਧੂ ਮੈਦਾਨ 'ਚ ਹੁੰਦੇ ਨੇ। ਇਸ ਸੀਟ ਤੋਂ ਨਵਜੋਤ ਸਿੰਘ ਸਿੱਧੂ ਅਤੇ ਬਿਕਰਮ ਮਜੀਠੀਆ ਦੇ ਵਿਚਾਲੇ ਚੋਣ ਮੁਕਾਬਲੇ ਨੂੰ ਲੈ ਕੇ ਸੁਖਬੀਰ ਬਾਦਲ ਦਾ ਵੱਡਾ ਬਿਆਨ ਸਾਹਮਣੇ ਆਇਆ। ਉਧਰ ਬੀਜੇਪੀ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਿੱਧੂ ਖਿਲਾਫ ਚੋਣ ਲੜਨ ਦੀ ਸਿਫਾਰਿਸ਼ ਕੀਤੀ ਹੈ। पार्टी फैसला करोगी सही टाइम पे। हले बाकी 4 सीटां पईयां, उन्हां सारिਆਂ ਦਾ जल्दी फैसला हो जाएगा। पर मैं समझदा कैप्टन अमरिंदर सिंह ਨੂੰ ਤੇ ਸਿੱਧੂ ਨੂੰ ਆਮਣੇ ਸਾਹਮਣੇ ਲੜਨਾ ਚਾਹੀਦਾ। ਨਵਜੋਤ ਸਿੰਘ ਸਿੱਧੂ ਨੂੰ ਅੰਮ੍ਰਿਤਸਰ ਪੂਰਬੀ ਸੀਟ ਤੇ ਘੇਰਨ ਦੀਆਂ ਤਿਆਰੀਆਂ ਦੇ ਵੱਲ ਇਹ ਦੋ ਇਸ਼ਾਰੇ ਪੰਜਾਬ ਦੀ ਸਿਆਸਤ ਨੂੰ ਆਉਣ ਵਾਲੇ ਦਿਨਾਂ ਦੇ ਵਿੱਚ ਪੂਰੀ ਤਰ੍ਹਾਂ ਗਰਮਾ ਸਕਦੇ ਨੇ। बीजेपी ਦੇ ਨਾਲ ਗੱਠਜੋੜ ਦੇ ਵਿੱਚ ਚੋਣ ਲੜ ਰਹੇ ਕੈਪਟਨ ਅਮਰਿੰਦਰ ਸਿੰਘ ਨੂੰ ਬੀਜੇਪੀ ਦੇ ਹੀ ਸੀਨੀਅਰ ਆਗੂ ਹਰਜੀਤ ਗਰੇਵਾਲ ਨੇ ਸਿੱਧੂ ਦੇ ਖਿਲਾਫ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਚੋਣ ਲੜਨ ਦੀ ਸਿਫਾਰਿਸ਼ ਕੀਤੀ ਹੈ ਅਤੇ ਕਿਹਾ ਕਿ ਦੋਵਾਂ ਦੇ ਸਿਆਸੀ ਕੱਦ ਦਾ ਫੈਸਲਾ ਜਨਤਾ ਤੇ ਛੱਡ ਦੇਣਾ ਚਾਹੀਦਾ ਹੈ। पर मैं समझदा कैप्टन अमरिंदर सिंह ਨੂੰ ਤੇ ਸਿੱਧੂ ਨੂੰ ਆਮਣੇ ਸਾਹਮਣੇ ਲੜਨਾ ਚਾਹੀਦਾ ਤਾਂ ਕਿ ਤੈਅ ਹੋ ਜੇ ਕਿ ਕੀ ਹੋ ਰਿਹਾ ਤੇ ਦੋਨਾਂ ਚੋਂ ਕੌਣ ਠੀਕ ਆ, ਕਿਹਨੂੰ ਪੰਜਾਬ ਦੇ ਲੋਕ ਮੰਨਦੇ ਆ। कैप्टन अमरिंदर सिंह ਦਾ ਆਪਣਾ ਇੱਕ ਕੱਦ ਆ। ਚਰਚਾਵਾਂ ਇਹ ਵੀ ਸਨ ਕਿ ਨਵਜੋਤ ਸਿੰਘ ਸਿੱਧੂ ਦੇ ਖਿਲਾਫ ਬਿਕਰਮ ਸਿੰਘ ਮਜੀਠੀਆ ਅੰਮ੍ਰਿਤਸਰ ਪੂਰਬੀ ਤੋਂ ਚੋਣ ਲੜ ਸਕਦੇ ਨੇ। ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਮਜੀਠੀਆ ਨੂੰ ਜਦੋਂ ਇਸ ਬਾਰੇ ਸਵਾਲ ਕੀਤਾ ਗਿਆ ਤਾਂ ਉਹਨਾਂ ਨੇ ਕਿਹਾ ਕਿ ਪਾਰਟੀ ਸਹੀ ਸਮੇਂ ਤੇ ਸਹੀ ਫੈਸਲਾ ਲਵੇਗੀ। ਤੁਹਾਡਾ ਸਭ ਦਾ ਸਾਥ ਚਾਹੀਦਾ, ਫਿਰ ਸਲਾਹ ਕਰਾਂਗੇ। ਤੁਹਾਡਾ ਸਾਥ ਹੀ ਹੈ। ਪਹਿਲੇ ਤੁਸੀਂ ਦੱਸੋ ਮੀਡੀਆ ਵਾਲੇ ਚਾਹੁੰਦੇ ਹੋ? ਹੱਥ ਖੜੇ ਕਰੋ। पार्टी फैसला करोगी सही टाइम पे। हले बाकी 4 सीटां पईयां, उन्हां सारिਆਂ ਦਾ जल्दी फैसला हो जाना। ਸੁਖਬੀਰ ਸਿੰਘ ਬਾਦਲ ਆਖਰ ਕਿਸ ਸਹੀ ਸਮੇਂ ਦੀ ਗੱਲ ਕਰ ਰਹੇ ਨੇ ਕਿ ਮਜੀਠੀਆ ਨੂੰ ਚੋਣ ਮਾਹੌਲ ਦੇ ਹਿਸਾਬ ਦੇ ਨਾਲ ਨਫਾ ਨੁਕਸਾਨ ਵੇਖ ਕੇ ਮੈਦਾਨ ਦੇ ਵਿੱਚ ਉਤਾਰਿਆ ਜਾਵੇਗਾ ਜਾਂ ਫਿਰ ਅਕਾਲੀ ਦਲ ਕਿਸੇ ਹੋਰ ਰਣਨੀਤੀ ਤੇ ਕੰਮ ਕਰ ਰਿਹਾ ਹੈ। ਉਧਰ ਬੀਜੇਪੀ ਆਗੂ ਹਰਜੀਤ ਗਰੇਵਾਲ ਨੇ ਕੈਪਟਨ ਅਮਰਿੰਦਰ ਸਿੰਘ ਦੇ ਨਾਂ ਦੀ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਸਿਫਾਰਿਸ਼ ਕਰਕੇ ਸਿਆਸਤ ਦੇ ਵਿੱਚ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ। ਜੇਕਰ ਤਿੰਨੋਂ ਦਿੱਗਜ ਆਮੋ ਸਾਹਮਣੇ ਇੱਕ ਸੀਟ ਤੇ ਹੋਣਗੇ ਤਾਂ ਮੁਕਾਬਲਾ ਗਹਿ-ਗੱਚ ਹੋਵੇਗਾ ਅਤੇ ਇਨ੍ਹਾਂ ਆਗੂਆਂ ਦੀ ਹਾਰ ਜਿੱਤ ਭਵਿੱਖ ਦੇ ਕਈ ਸਿਆਸੀ ਸਮੀਕਰਨ ਬਦਲੇਗੀ। ਚੰਡੀਗੜ੍ਹ ਤੋਂ ਪੰਕਜ ਕਪਾਹੀ ਦੇ ਨਾਲ ਅੰਮ੍ਰਿਤਸਰ ਤੋਂ ਅਮਿਤ ਸ਼ਰਮਾ, ਨਿਊਜ਼ 18। ਤੇ ਹੁਣ ਸਵਾਲ ਇਹ ਹੈ ਕਿ ਜੇਕਰ ਅੰਮ੍ਰਿਤਸਰ ਪੂਰਬੀ ਸੀਟ ਦੇ ਉੱਤੇ ਸਿੱਧੂ ਮਜੀਠੀਆ ਤੇ ਕੈਪਟਨ ਦਾ ਪੇਚਾ ਪੈ ਗਿਆ ਤਾਂ ਕਿਸ ਤਰ੍ਹਾਂ ਦਾ ਮੁਕਾਬਲਾ ਹੋ ਸਕਦਾ ਹੈ। ਇੱਕ ਗੱਲ ਤਾਂ ਤੈਅ ਹੈ ਕਿ ਜਿੱਤ ਹਾਰ ਦੇ ਫੈਸਲੇ ਦੇ ਨਾਲ ਤਿੰਨੋਂ ਆਗੂਆਂ ਦਾ ਸਿਆਸੀ ਭਵਿੱਖ ਦੇ ਉੱਤੇ ਵੱਡਾ ਅਸਰ ਵੇਖਣ ਨੂੰ ਮਿਲ ਸਕੇਗਾ। ਇਹ ਪੰਜਾਬ ਦੀ ਸਿਆਸਤ ਦੇ ਉਹ ਚਿਹਰੇ ਨੇ ਜਿਨ੍ਹਾਂ ਦਾ ਹਰ ਇੱਕ ਬਿਆਨ ਸੂਬੇ ਦੀ ਸਿਆਸਤ ਤੇ ਵੱਡਾ ਅਸਰ ਪਾਉਂਦਾ ਹੈ। ਸਿੱਧੂ ਮਜੀਠੀਆ ਤੇ ਕੈਪਟਨ ਦੇ ਵਿਚਾਲੇ ਸਿਆਸੀ ਖਾਰ ਸਿਆਸਤ ਤੋਂ ਕਾਫੀ ਅੱਗੇ ਨਿਕਲ ਚੁੱਕੀ ਹੈ। ਨਵਜੋਤ ਸਿੰਘ ਸਿੱਧੂ ਨੂੰ ਘੇਰਨ ਦੇ ਲਈ ਅੰਮ੍ਰਿਤਸਰ ਪੂਰਬੀ ਹਲਕੇ ਤੋਂ ਮਜੀਠੀਆ ਤੇ ਕੈਪਟਨ ਅਮਰਿੰਦਰ ਸਿੰਘ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਨ ਦੀਆਂ ਸਿਫਾਰਿਸ਼ਾਂ ਹੋ ਰਹੀਆਂ ਨੇ। ਮਾਹੌਲ ਗਰਮ ਹੈ। ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਪਾਰਟੀ ਵਰਕਰਾਂ ਦੀ ਸਿਫਾਰਿਸ਼ ਤੇ ਵਿਚਾਰ ਕਰ ਰਹੇ ਨੇ। ਜੇਕਰ ਪਾਰਟੀ ਮਜੀਠੀਆ ਨੂੰ ਸਿੱਧੂ ਦੇ ਖਿਲਾਫ ਉਤਾਰਨ ਦਾ ਫੈਸਲਾ ਕਰਦੀ ਹੈ ਤਾਂ ਮਜੀਠੀਆ 2 ਹਲਕਿਆਂ ਤੋਂ ਚੋਣ ਲੜ ਸਕਦੇ ਨੇ। ਪਰ ਵੱਡਾ ਸਵਾਲ ਇਹੀ ਹੈ ਕਿ ਕੀ ਪਾਰਟੀ ਮਜੀਠੀਆ ਨੂੰ ਸਿੱਧੂ ਦੇ ਖਿਲਾਫ ਉਤਾਰੇਗੀ। ਇਸ ਨਾਲ ਮਜੀਠੀਆ ਦਾ ਕੱਦ ਅਕਾਲੀ ਦਲ ਦੇ ਵਿੱਚ ਹੋਰ ਵੱਡਾ ਹੋ ਜਾਵੇਗਾ। ਦੂਜਾ, ਜੇਕਰ ਮਜੀਠੀਆ ਜਿੱਤ ਜਾਂਦੇ ਨੇ ਤਾਂ ਅਕਾਲੀ ਦਲ ਦੀ ਭਵਿੱਖ ਦੀ ਸਿਆਸਤ ਵਿੱਚ ਮਜੀਠੀਆ ਦੀ ਅਹਿਮ ਭੂਮਿਕਾ ਹੋਵੇਗੀ। ਇਸ ਤੋਂ ਇਲਾਵਾ ਮਜੀਠੀਆ ਸਿੱਧੂ ਦੇ ਖਿਲਾਫ ਮੈਦਾਨ ਦੇ ਵਿੱਚ ਉਤਰਦੇ ਨੇ ਤਾਂ ਨਵਜੋਤ ਸਿੰਘ ਸਿੱਧੂ ਦਾ ਜ਼ਿਆਦਾ ਧਿਆਨ ਆਪਣੀ ਸੀਟ ਤੇ ਲੱਗ ਜਾਵੇਗਾ ਤੇ ਉਹ ਪੂਰੇ ਪੰਜਾਬ ਦੇ ਵਿੱਚ ਉਸ ਤਰੀਕੇ ਦੇ ਨਾਲ ਸ਼ਾਇਦ ਖੁੱਲ੍ਹ ਕੇ ਪ੍ਰਚਾਰ ਨਾ ਕਰ ਸਕਣ। ਇਹ ਉਹ ਸਵਾਲ ਨੇ ਜਿਨ੍ਹਾਂ ਦੇ ਨਫੇ ਨੁਕਸਾਨ ਵੇਖਣ ਤੋਂ ਬਾਅਦ ਸੁਖਬੀਰ ਬਾਦਲ ਮਜੀਠੀਆ ਨੂੰ ਸਿੱਧੂ ਦੇ ਖਿਲਾਫ ਉਤਾਰਨ ਦਾ ਫੈਸਲਾ ਕਰ ਸਕਦੇ ਨੇ। ਜਿੱਥੋਂ ਤੱਕ ਗੱਲ ਰਹੀ ਕੈਪਟਨ ਅਮਰਿੰਦਰ ਸਿੰਘ ਦੀ ਸਿੱਧੂ ਖਿਲਾਫ ਚੋਣ ਲੜਨ ਦੀ ਤਾਂ ਉਹਨਾਂ ਨੇ ਪਟਿਆਲਾ ਤੋਂ ਚੋਣ ਲੜਨ ਦਾ ਐਲਾਨ ਕੀਤਾ ਸੀ। ਪਰ ਜੇਕਰ ਕੈਪਟਨ ਗੱਠਜੋੜ ਦੀ ਰਣਨੀਤੀ ਦੇ ਹਿਸਾਬ ਦੇ ਨਾਲ ਸਿੱਧੂ ਦੇ ਖਿਲਾਫ ਮੈਦਾਨ ਦੇ ਵਿੱਚ ਉਤਰਨਗੇ
ਤਾਂ ਇਸ ਫੈਸਲੇ ਨੂੰ ਦਬਾਅ ਦੀ ਰਣਨੀਤੀ ਦੇ ਨਾਲ ਦੇਖਿਆ ਜਾਵੇਗਾ। ਕੈਪਟਨ ਕਾਂਗਰਸ ਦੇ ਵਿੱਚ ਰਹਿੰਦੇ ਹੋਏ ਪਹਿਲਾਂ ਵੀ ਇਸ ਰਣਨੀਤੀ ਤੇ ਕੰਮ ਕਰ ਚੁੱਕੇ ਨੇ। ਸੋਨੀਆ ਗਾਂਧੀ ਦੇ ਕਹਿਣ ਤੇ 2014 ਦੀਆਂ ਲੋਕ ਸਭਾ ਚੋਣਾਂ ਵਿੱਚ ਕੈਪਟਨ ਨੇ ਬੀਜੇਪੀ ਦੇ ਦਿੱਗਜ ਆਗੂ ਅਰੁਣ ਜੇਟਲੀ ਨੂੰ ਅੰਮ੍ਰਿਤਸਰ ਲੋਕ ਸਭਾ ਹਲਕੇ ਤੋਂ ਹੀ ਹਰਾਇਆ ਸੀ। ਉਸ ਤੋਂ ਬਾਅਦ ਕੈਪਟਨ ਦਾ ਕਾਂਗਰਸ ਦੇ ਵਿੱਚ ਕੱਦ ਹੋਰ ਵਧਿਆ ਸੀ। ਪਹਿਲਾਂ ਉਹਨਾਂ ਨੂੰ ਸੂਬਾ ਪ੍ਰਧਾਨਗੀ ਮਿਲੀ ਅਤੇ ਫਿਰ ਸੀਐਮ ਦੀ ਕੁਰਸੀ। ਪਰ ਸਿੱਧੂ ਦੇ ਮਾਮਲੇ ਵਿੱਚ ਸਮੀਕਰਨ ਵੱਖਰੇ ਨੇ, ਕਿਉਂਕਿ ਅੰਮ੍ਰਿਤਸਰ ਪੂਰਬੀ ਸਿੱਧੂ ਦਾ ਹਲਕਾ ਹੈ। ਸਿੱਧੂ ਜੋੜਾ ਇੱਥੋਂ 2 ਵਾਰ ਵਿਧਾਨ ਸਭਾ ਦੀ ਚੋਣ ਜਿੱਤ ਚੁੱਕਿਆ ਹੈ। 2004 ਤੋਂ ਹੀ ਨਵਜੋਤ ਸਿੰਘ ਸਿੱਧੂ ਅੰਮ੍ਰਿਤਸਰ ਹਲਕੇ ਦੇ ਵਿੱਚ ਸਰਗਰਮ ਨੇ। ਪਰ ਇੱਕ ਗੱਲ ਤੈਅ ਹੈ ਕਿ ਜੇਕਰ ਮੁਕਾਬਲਾ ਸਿੱਧੂ ਬਨਾਮ ਕੈਪਟਨ ਬਨਾਮ ਮਜੀਠੀਆ ਹੁੰਦਾ ਹੈ ਤਾਂ ਇਹ ਦਿਲਚਸਪ ਮੁਕਾਬਲਾ ਹੋਵੇਗਾ। ਤੇ ਜੇਕਰ ਸਿੱਧੂ ਮਜੀਠੀਆ ਜਾਂ ਫਿਰ ਕੈਪਟਨ ਨੂੰ ਹਰਾਉਣ ਦੇ ਵਿੱਚ ਕਾਮਯਾਬ ਰਹੇ ਤਾਂ ਨਾ ਸਿਰਫ ਪਾਰਟੀ ਦੇ ਵਿੱਚ ਬਲਕਿ ਪੰਜਾਬ ਦੇ ਵਿੱਚ ਵੀ ਸਿੱਧੂ ਦੀ ਪਹਿਚਾਣ ਇੱਕ ਵੱਡੇ ਆਗੂ ਦੇ ਵਜੋਂ ਹੋਵੇਗੀ। ਬਿਊਰੋ ਰਿਪੋਰਟ, ਨਿਊਜ਼ 18। ਹੁਣ ਗੱਲ ਸਿਆਸੀ ਇਲਜ਼ਾਮ ਤਰਾਸ਼ੀਆਂ ਦੀ। ਮੁੱਖ ਮੰਤਰੀ ਚੰਨੀ ਨੇ ਕੇਂਦਰ ਤੇ ਵੱਡਾ ਇਲਜ਼ਾਮ ਲਗਾਉਂਦਿਆਂ ਦਾਅਵਾ ਕੀਤਾ ਕਿ ਮੁਲਜ਼ਮਾਂ ਤੇ ਦਬਾਅ ਪਾ ਕੇ ਉਹਨਾਂ ਨੂੰ ਫਸਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਿਰਫ ਇੰਨਾ ਹੀ ਨਹੀਂ, ਸੀਐਮ ਨੇ ਕਿਹਾ ਕਿ ਰੇਡ ਮਾਰਨ ਆਏ ਈਡੀ ਦੇ ਅਫਸਰਾਂ ਨੇ ਜਾਂਦਿਆਂ ਹੋਇਆ ਕਿਹਾ ਕਿ ਫਿਰੋਜ਼ਪੁਰ ਫੇਰੀ ਨੂੰ ਯਾਦ ਰੱਖਣਾ। ਮੁੱਖ ਮੰਤਰੀ ਚੰਨੀ ਨੇ ਈਡੀ ਰੇਡ ਦਾ ਕਨੈਕਸ਼ਨ ਪ੍ਰਧਾਨ ਮੰਤਰੀ ਫੇਰੀ ਨਾਲ ਜੋੜ ਦਿੱਤਾ ਹੈ। ਮੁੱਖ ਮੰਤਰੀ ਨੇ ਇਲਜ਼ਾਮ ਲਾਏ ਨੇ ਕਿ ਕੇਂਦਰ ਸਰਕਾਰ ਮੁਲਜ਼ਮਾਂ ਤੇ ਦਬਾਅ ਪਾ ਕੇ ਉਹਨਾਂ ਨੂੰ ਫਸਾਉਣਾ ਚਾਹੁੰਦੀ ਹੈ। ਮੁੱਖ ਮੰਤਰੀ ਮੁਤਾਬਕ 2018 ਵਿੱਚ ਹੋਈ ਐਫਆਈਆਰ ਵਿੱਚ ਉਹਨਾਂ ਦੇ ਭਾਂਜੇ ਦਾ ਨਾਮ ਹੀ ਨਹੀਂ ਹੈ। ਪ੍ਰਾਈਮ ਮਿਨਿਸਟਰ ਸਾਹਿਬ ਫਿਰੋਜ਼ਪੁਰ ਚ ਆਏ, ਉਹਨਾਂ ਦੀਆਂ ਰੈਲੀ ਤੇ ਜਾਣਾ ਸੀ, ਕੁਰਸੀਆਂ ਖਾਲੀ ਸੀ, ਵਾਪਸ ਮੁੰਡਾ ਪਿਆ। ਮੇਰਾ ਕੀ ਕਸੂਰ ਹੈ? ਆ 2018 ਦੀ ਐਫਆਈਆਰ ਹੈ, ਉਹਦੇ ਘਰ ਰੇਡ ਕੀਤੀ। ਇਹ ਐਫਆਈਆਰ 'ਚ ਮੇਰੇ ਭਾਣਜੇ ਦਾ ਕੋਈ ਨਾਮ ਨਹੀਂ। ਮੁੱਖ ਮੰਤਰੀ ਚੰਨੀ ਨੇ ਕਿਹਾ ਹੈ ਕਿ ਕੇਂਦਰ ਉਹਨਾਂ ਨੂੰ ਚੋਣਾਂ ਲੜਨ ਤੋਂ ਰੋਕ ਰਹੀ ਹੈ ਅਤੇ ਨਾਮਜ਼ਦਗੀਆਂ ਵਿੱਚ ਅੜਿੱਕਾ ਪਾਇਆ ਜਾ ਰਿਹਾ ਹੈ। ਉਹਨਾਂ ਕਿਹਾ ਹੈ ਕਿ ਕਾਂਗਰਸੀਆਂ ਦੀ ਅਗਲੀਆਂ ਚੋਣਾਂ ਲਈ ਬਾਂਹ ਮਰੋੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਔਰ ਜੋ ਪ੍ਰਧਾਨ ਮੰਤਰੀ ਜੀ ਆਏ ਸੀ, ਫੇਰ ਨੋਮੀਨੇਸ਼ਨ ਨਹੀਂ ਭਰਨ ਦਿੱਤੇ ਜਾਣੇ। ਹੁਣ ਨੋਮੀਨੇਸ਼ਨ ਆ ਤੇ ਫੇਰ ਨੋਟਿਸ ਦੇ ਕੇ ਜਾਂ ਕਿਸੇ ਤਰ੍ਹਾਂ ਬੁਲਾਇਆ ਜਾਏਗਾ। ਇੰਨਾ ਹੀ ਨਹੀਂ, ਮੁੱਖ ਮੰਤਰੀ ਚੰਨੀ ਨੇ ਕਿਹਾ ਹੈ ਕਿ ਰੇਡ ਕਰਨ ਆਏ ਅਫਸਰਾਂ ਨੇ ਜਾਂਦਿਆਂ ਕਿਹਾ ਹੈ ਕਿ ਫਿਰੋਜ਼ਪੁਰ ਫੇਰੀ ਨੂੰ ਯਾਦ ਰੱਖਣਾ। ਉਹਨਾਂ ਕਿਹਾ ਕਿ ਈਡੀ ਰੇਡ ਫਿਰੋਜ਼ਪੁਰ ਫੇਰੀ ਦਾ ਬਦਲਾ ਲੈਣ ਲਈ ਕੀਤੀ ਗਈ ਹੈ। लेकिन जाते हुए इतना जरूर कहेंगे कि जो फेरी की बात है वो याद रखना। ਮੁੱਖ ਮੰਤਰੀ ਨੇ ਇਲਜ਼ਾਮ ਲਾਇਆ ਕਿ ਭਾਜਪਾ ਈਡੀ ਨੂੰ ਹਥਿਆਰ ਦੀ ਤਰ੍ਹਾਂ ਵਰਤ ਰਹੀ ਹੈ ਅਤੇ ਚੋਣਾਂ ਤੋਂ ਪਹਿਲਾਂ ਕਈ ਸੂਬਿਆਂ ਵਿੱਚ ਵਿਰੋਧੀ ਧਿਰਾਂ ਖਿਲਾਫ ਅਜਿਹੀਆਂ ਕਾਰਵਾਈਆਂ ਪਿਛਲੇ ਸਮਿਆਂ ਵਿੱਚ ਵੀ ਕੀਤੀਆਂ ਗਈਆਂ ਨੇ। ਉਹਨਾਂ ਕਿਹਾ ਹੈ ਕਿ ਉਹ ਅਜਿਹੀਆਂ ਰੇਡਾਂ ਤੋਂ ਕਦੇ ਨਹੀਂ ਡਰਨਗੇ। ਬਿਊਰੋ ਰਿਪੋਰਟ, ਨਿਊਜ਼ 18 ਪੰਜਾਬ। ਉਧਰ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਬੀਜੇਪੀ ਨੇ ਕੈਪਟਨ ਅਤੇ ਸੁਖਦੇਵ ਸਿੰਘ ਢੀਂਡਸਾ ਦੀ ਪਾਰਟੀ ਦੇ ਨਾਲ ਗਠਜੋੜ ਕੀਤਾ ਹੈ। ਇਹਨਾਂ ਤਿੰਨੇ ਦਲਾਂ ਦੇ ਵਿਚਾਲੇ ਗਠਜੋੜ ਹੋਏ 1 ਮਹੀਨੇ ਤੋਂ ਉੱਤੇ ਹੋ ਚੁੱਕਾ ਹੈ, ਪਰ ਹੁਣ ਤੱਕ ਸੀਟਾਂ ਦੀ ਵੰਡ ਨਹੀਂ ਹੋ ਸਕੀ ਹੈ। ਸੂਤਰਾਂ ਦੀ ਮੰਨੀਏ ਤਾਂ ਤਿੰਨੋਂ ਪਾਰਟੀਆਂ ਦੇ ਵਿਚਾਲੇ ਅਜੇ ਵੀ ਕਈ ਸੀਟਾਂ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ। ਹਾਲਾਂਕਿ ਇਹ ਤੈਅ ਹੈ ਕਿ ਇਸ ਗਠਜੋੜ ਦੇ ਵਿੱਚ ਬੀਜੇਪੀ ਵੱਡੇ ਭਰਾ ਦੀ ਭੂਮਿਕਾ ਦੇ ਵਿੱਚ ਰਹੇਗੀ। ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਹੁਣ ਸਿਰਫ 1 ਮਹੀਨੇ ਦਾ ਵੇਲਾ ਬਾਕੀ ਹੈ, ਪਰ ਹੁਣ ਤੱਕ ਬੀਜੇਪੀ ਨੇ ਆਪਣੇ ਇੱਕ ਵੀ ਉਮੀਦਵਾਰ ਦਾ ਐਲਾਨ ਨਹੀਂ ਕੀਤਾ, ਜਦਕਿ ਬਾਕੀਆਂ ਦੇ ਵੱਲੋਂ ਕਰੀਬ ਜ਼ਿਆਦਾਤਰ ਉਮੀਦਵਾਰ ਉਤਾਰੇ ਜਾ ਚੁੱਕੇ ਨੇ। ਬੀਜੇਪੀ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ, ਪੰਜਾਬ ਲੋਕ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਨਾਲ ਮਿਲ ਕੇ ਚੋਣਾਂ ਲੜੇਗੀ, ਪਰ ਹੁਣ ਤੱਕ ਸੀਟਾਂ ਨੂੰ ਲੈ ਕੇ ਪਿਕਚਰ ਸਾਫ਼ ਨਹੀਂ ਹੋ ਪਾਈ। ਹਾਲਾਂਕਿ ਇਹ ਵੀ ਖਬਰ ਹੈ ਕਿ ਬੀਜੇਪੀ ਪੰਜਾਬ ਦੇ ਵਿੱਚ ਵੱਡੇ ਭਰਾ ਦੀ ਤਰ੍ਹਾਂ ਭੂਮਿਕਾ ਨਿਭਾਏਗੀ ਅਤੇ ਪਹਿਲਾ ਮੌਕਾ ਹੋਵੇਗਾ। ਅਜਿਹਾ ਮੰਨਿਆ ਜਾ ਰਿਹਾ ਹੈ ਕਿ ਬੀਜੇਪੀ ਪੰਜਾਬ ਦੀਆਂ 117 ਸੀਟਾਂ ਦੇ ਵਿੱਚੋਂ 60 ਤੇ ਚੋਣਾਂ ਲੜਨ ਦੀ ਤਿਆਰੀ ਦੇ ਵਿੱਚ ਹੈ ਅਤੇ ਬਚੀਆਂ ਹੋਈਆਂ ਸੀਟਾਂ ਨੂੰ ਆਪਣੇ ਦੋਨਾਂ ਸਹਿਯੋਗੀਆਂ ਪੰਜਾਬ ਲੋਕ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਨੂੰ ਦੇਵੇਗੀ। ਸੂਤਰਾਂ ਦੀ ਮੰਨੀਏ ਤਾਂ ਬੀਜੇਪੀ 60-62 ਸੀਟਾਂ ਤੇ ਚੋਣਾਂ ਲੜ ਸਕਦੀ ਹੈ ਅਤੇ ਕੈਪਟਨ ਅਮਰਿੰਦਰ ਸਿੰਘ ਦੀ ਪਾਰਟੀ 38 ਤੋਂ 40 ਸੀਟਾਂ ਤੇ ਢੀਂਡਸਾ ਦੀ ਪਾਰਟੀ 10 ਤੋਂ 12 ਸੀਟਾਂ ਤੇ ਚੋਣ ਲੜ ਸਕਦੀ ਹੈ। ਪਰ ਹੁਣ ਇਹ ਦੱਸਿਆ ਜਾ ਰਿਹਾ ਹੈ ਕਿ ਗੱਠਜੋੜ ਦਲਾਂ ਦੇ ਵਿੱਚ ਕੁਝ ਸੀਟਾਂ ਨੂੰ ਲੈ ਕੇ ਪੇਚ ਫਸਿਆ ਹੋਇਆ ਹੈ। ਅਜਿਹੇ ਦੇ ਵਿੱਚ ਦਾ ਰਸਤਾ ਕੱਢਣ ਦੀ ਕਵਾਇਦ ਵੀ ਚੱਲ ਰਹੀ ਹੈ।
ਹਾਲਾਂਕਿ ਬੀਜੇਪੀ ਗੱਠਜੋੜ 'ਚ ਸਹਿਮਤੀ ਬਣਾਉਣ ਦੇ ਲਈ ਆਪਣੇ ਕੁਝ ਹਿੱਸਿਆਂ ਦੇ ਵਿੱਚ ਕੁਝ ਹੋਰ ਸੀਟਾਂ ਛੱਡ ਸਕਦੀ ਹੈ। ਹਾਲਾਂਕਿ ਵੇਖਣਾ ਇਹ ਹੋਏਗਾ ਕਿ ਬੀਜੇਪੀ ਕਦੋਂ ਆਪਣੇ ਉਮੀਦਵਾਰਾਂ ਦਾ ਐਲਾਨ ਕਰਦੀ ਹੈ। ਹਾਲਾਂਕਿ ਇਹਨਾਂ ਸਭ ਖਬਰਾਂ ਦੇ ਵਿਚਾਲੇ ਢੀਂਡਸਾ ਗਰੁੱਪ ਦਾ ਕਹਿਣਾ ਹੈ ਕਿ ਅਜੇ ਤੱਕ ਕਿਸੇ ਵੀ ਇੱਕ ਵੀ ਸੀਟ ਨੂੰ ਲੈ ਕੇ ਕਿਸੇ ਤਰ੍ਹਾਂ ਦਾ ਕੋਈ ਮੰਥਨ ਨਹੀਂ ਕੀਤਾ ਗਿਆ। ਬਿਊਰੋ ਰਿਪੋਰਟ ਨਿਊਜ਼ 18 ਪੰਜਾਬ। ਉਧਰ ਪੰਜਾਬ ਵਿਧਾਨ ਸਭਾ ਚੋਣਾਂ ਦੇ ਲਈ ਗੁਰਨਾਮ ਸਿੰਘ ਚੜੂਨੀ ਦੇ ਵੱਲੋਂ 9 ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਉਤਾਰ ਦਿੱਤੇ ਗਏ ਨੇ। ਗੁਰਨਾਮ ਚੜੂਨੀ ਨੇ ਇੱਕ ਪ੍ਰੈਸ ਕਾਨਫਰੰਸ ਕਰਕੇ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕੀਤਾ। ਕਿਸਾਨਾਂ ਦੀ ਪਾਰਟੀ ਸੰਯੁਕਤ ਸਮਾਜ ਮੋਰਚਾ ਨਾਲ ਰਲ ਕੇ ਚੋਣ ਲੜਨ ਵਾਲੇ ਚੜੂਨੀ ਨੇ ਅੱਜ ਉਮੀਦਵਾਰਾਂ ਦੇ ਨਾਮਾਂ ਦਾ ਐਲਾਨ ਕਰ ਦਿੱਤਾ ਹੈ। ਚੜੂਨੀ ਨੂੰ ਸੰਯੁਕਤ ਸਮਾਜ ਮੋਰਚਾ ਨੇ 10 ਸੀਟਾਂ ਤੇ ਚੋਣ ਲੜਨ ਦਾ ਸੱਦਾ ਦਿੱਤਾ ਸੀ, ਜਿਨ੍ਹਾਂ ਵਿੱਚੋਂ ਚੜੂਨੀ ਨੇ 9 ਤੇ ਉਮੀਦਵਾਰ ਉਤਾਰ ਦਿੱਤੇ ਨੇ। ਚੜੂਨੀ ਨੇ ਭੁਲੱਥ ਹਲਕੇ ਤੋਂ ਉਮੀਦਵਾਰ ਨਹੀਂ ਐਲਾਨਿਆ। ਚੜੂਨੀ ਨੇ ਆਪਣੀ ਪਾਰਟੀ ਸੰਯੁਕਤ ਸੰਘਰਸ਼ ਪਾਰਟੀ ਦਾ ਚੋਣ ਨਿਸ਼ਾਨ ਵੀ ਜਾਰੀ ਕੀਤਾ ਹੈ। ਇਹ ਕੈਂਡੀਡੇਟ 9 ਜਿਹੜੇ ਨੇ ਅੱਜ ਅਸੀਂ ਅਨਾਉਂਸ ਕਰ ਰਹੇ ਹਾਂ ਤੇ 10ਵੀਂ ਸੀਟ ਸਾਡੇ ਕੋਲ ਭੁਲੱਥ ਦੀ ਹੈ। ਭੁਲੱਥ ਦੀ ਸੀਟ ਉਹ ਅੱਜ ਡਿਕਲੇਅਰ ਨਹੀਂ ਕਰ ਰਹੇ ਹੋ, 1-2 ਦਿਨਾਂ ਦੇ ਵਿੱਚ ਥੋੜਾ ਉਹਦਾ ਸਰਵੇ ਜੀ ਚੱਲ ਰਿਹਾ ਹੈ ਵੀ ਕਿਹੜਾ ਕੈਂਡੀਡੇਟ ਉੱਥੇ ਚੰਗਾ ਹੈ। ਜਿਹੜਾ ਵਧੀਆ ਕੈਂਡੀਡੇਟ ਹੋਏਗਾ ਉਹਨੂੰ ਆਪਾਂ ਉੱਥੋਂ ਡਿਕਲੇਅਰ ਕਰਾਂਗੇ। ਗੁਰਨਾਮ ਚੜੂਨੀ ਕਿਸਾਨਾਂ ਦੀ ਪਾਰਟੀ ਸੰਯੁਕਤ ਸਮਾਜ ਮੋਰਚਾ ਨਾਲ ਗੱਠਜੋੜ ਵਿੱਚ ਨੇ। ਸੰਯੁਕਤ ਸਮਾਜ ਮੋਰਚਾ ਨੇ ਚੜੂਨੀ ਦੀ ਪਾਰਟੀ ਸੰਯੁਕਤ ਸੰਘਰਸ਼ ਪਾਰਟੀ ਨੂੰ 10 ਸੀਟਾਂ ਦਿੱਤੀਆਂ ਸੀ। ਹਾਲਾਂਕਿ ਇਹ ਵੀ ਦੱਸ ਦਈਏ ਕਿ ਚੜੂਨੀ ਨੇ ਖੁਦ ਪੰਜਾਬ ਵਿਧਾਨ ਸਭਾ ਚੋਣ ਲੜਨ ਤੋਂ ਇਨਕਾਰ ਕਰ ਦਿੱਤਾ ਹੈ। ਪਰ ਇਸ ਦੌਰਾਨ ਇੱਕ ਵਿਅਕਤੀ ਨੇ ਚੜੂਨੀ ਤੇ ਟਿਕਟਾਂ ਵੇਚਣ ਦੇ ਇਲਜ਼ਾਮ ਵੀ ਲਾਏ ਨੇ, ਜਿਸ ਕਾਰਨ ਪ੍ਰੈਸ ਕਲੱਬ ਵਿੱਚ ਖੂਬ ਹੰਗਾਮਾ ਹੋਇਆ ਅਤੇ ਚੜੂਨੀ ਦੇ ਸਮਰਥਕਾਂ ਨੇ ਚੜੂਨੀ ਜਿੰਦਾਬਾਦ ਦੇ ਨਾਅਰੇ ਵੀ ਲਗਾਏ। ਬਿਊਰੋ ਰਿਪੋਰਟ ਨਿਊਜ਼ 18 ਪੰਜਾਬ। ਤਾਂ ਪੰਜਾਬ ਦੇ ਵਿੱਚ ਚੋਣ ਅਖਾੜਾ ਸਜਿਆ ਹੋਇਆ ਹੈ ਤੇ ਇਸੇ ਤਰ੍ਹਾਂ ਅਸੀਂ ਤੁਹਾਨੂੰ ਪੰਜਾਬ ਦੇ ਹਰ ਸਿਆਸੀ ਸਰਗਰਮੀ ਦੇ ਨਾਲ ਰੂਬਰੂ ਕਰਵਾਉਂਦੇ ਰਹਾਂਗੇ। ਫਿਲਹਾਲ ਇਜਾਜ਼ਤ ਦਿਓ, ਧੰਨਵਾਦ।